ਗੱਲ ਮੇਰੇ ਬਚਪਨ ਦੀ ਹੈ। ਮੈਂ ਉਦੋਂ ਤੀਜੀ ਜਮਾਤ ਵਿੱਚ ਪੜ੍ਹਦਾ ਹੁੰਦਾ ਸਾਂ। ਮੇਰਾ ਇੱਕ ਜਮਾਤੀ ਸੀ ਕੱਬੂ, ਉਹਨਾਂ ਦਾ ਨਹੀਂ ਸਗੋਂ ਉਹ ਵੀ ਕੱਬਾ ਸੀ। ਸ਼ਰਾਰਤਾਂ ਦੀ ਜੜ ਸੀ ਉਹ। ਪੜ੍ਹਾਈ ਵਿੱਚ ਇੰਨਾ ਹੁਸ਼ਿਆਰ ਕਿ 7ਵੀਂ ਜਮਾਤ ਤੱਕ ਪੜ੍ਹਦਿਆਂ ਉਹ ਗੱਭਰੂ ਹੋ ਗਿਆ ਸੀ। ਮਤਲਬ ਦਾੜੀ ਮੁੱਛਾਂ ਉਹਦੇ 7ਵੀਂ ਵਿੱਚ ਹੀ ਉੱਗ ਆਈਆਂ ਸਨ। ਇੱਕ ਜਮਾਤ ਵਿੱਚ 2-2, 3-3 ਸਾਲ ਲਗਾ ਕੇ ਜਮਾਤਾਂ ਦੀ ਮੰਜ਼ਿਲ ਚੜ੍ਹਿਆ ਸੀ। ਬਦਕਿਸਮਤੀ ਨਾਲ ਬਚਪਨ ਦੇ ਮੁੱਢਲੇ ਸਾਲਾਂ ਵਿੱਚ ਉਹ ਮੇਰਾ ਦੋਸਤ ਸੀ। ਤੀਜੀ ਵਿੱਚ ਅਸੀਂ ਇਕੱਠੇ ਪੜ੍ਹਦੇ ਸਾਂ। ਉਹ ਪਰਛਾਵੇਂ ਵਾਂਗ ਹਰ ਸਮੇਂ ਮੇਰੇ ਨਾਲ ਹੀ ਰਹਿੰਦਾ ਸੀ। ਸਵੇਰੇ ਉੱਠਦਿਆਂ ਹੀ ਬਿਨਾਂ ਮੂੰਹ ਧੋਤੇ ਉਹ ਮੇਰੇ ਕੋਲ ਆ ਬਹਿੰਦਾ ਸੀ ਤੇ ਸਾਰਾ ਦਿਨ ਮੇਰੇ ਨਾਲ ਹੀ ਘੁੰਮਦਾ, ਖੇਡਦਾ ਤੇ ਸ਼ਰਾਰਤਾਂ ਕਰਦਾ ਰਹਿੰਦਾ ਸੀ। ਇੱਕ ਵਾਰ ਐਤਵਾਰ ਦਾ ਦਿਨ ਸੀ, ਗਰਮੀ ਦਾ ਮੌਸਮ ਸੀ। ਟਿੱਕੀ ਸਿਖਰ ਦੁਪਹਿਰ ਨੂੰ ਉਹ ਮੇਰੇ ਕੋਲ ਆ ਬੈਠਾ। ਮੈਂ ਸਕੂਲ ਦਾ ਕੰਮ ਕਰਕੇ ਦੁਪਹਿਰ ਨੂੰ ਆਰਾਮ ਕਰਨ ਦੇ ਮੂਡ ਵਿੱਚ ਸਾਂ, ਪਰ ਉਹਦੇ ਆ ਜਾਣ ਕਰਕੇ ਮੇਰਾ ਆਰਾਮ ਗਿਆ ਟੱਠੇ ਖੂਹ ਵਿੱਚ। ਮੈਂ ਉਹਦੇ ਮੂੰਹ ਵੱਲ ਵੇਖਿਆ। ਧੁੱਪ ਨਾਲ ਲਾਲ ਹੋਇਆ ਪਿਆ ਸੀ ਉਹਦਾ ਚਿਹਰਾ। ਪਸੀਨਾ ਉਹਦੇ ਪਿੰਡੇ ਤੋਂ ਪਾਣੀ ਵਾਂਗ ਵਹਿ ਰਿਹਾ ਸੀ। ਆਉਂਦਿਆਂ ਹੀ ਉਹ ਮੂਹਰੇ ਉੱਤੇ ਬਹਿ ਗਿਆ। ਬਿੰਦੀ ਉਸਨੇ ਕਮੀਜ਼ ਦੇ ਸਾਰੇ ਬਟਨ ਖੋਲ ਲੱਤਾਂ ਅੱਗੇ ਨੂੰ ਨਿਸਾਲ ਲਈਆਂ। ਬਨੈਣ ਵਿੱਚ ਦੀ ਫੂਕਾਂ ਮਾਰ ਕੇ ਢਿੱਡ ਨੂੰ ਹਵਾ ਦਿੰਦਿਆਂ ਉਹ ਬੋਲਿਆ, ਓਮੇਨ ਪਾਣੀ ਦਾ ਗਿਲਾਸ ਪਿਲਾ ਯਾਰ, ਬਹੁਤ ਤਰੇਹ ਲੱਗੀ ਹੈ। ਗਰਮੀ ਤਾਂ ਤਰ੍ਹਾਂ ਹੀ ਕੱਢੀ ਜਾਂਦੀ ਆ। ਉਹ ਪਾਣੀ ਇਸ ਤਰ੍ਹਾਂ ਮੰਗ ਰਿਹਾ ਸੀ ਜਿਵੇਂ ਉਹ ਮੇਰਾ ਅਧਿਆਪਕ ਅਤੇ ਮੈਂ ਉਹਦਾ ਸ਼ਿਸ਼ ਹੋਵਾਂ। ਫਿਰ ਵੀ ਮੈਨੂੰ ਉਸਦੇ ਹਾਲ ਤੇ ਤਰਸ ਆਇਆ ਤੇ ਮੈਂ ਅੰਦਰੋਂ ਲਿਆ ਕੇ ਉਸਨੂੰ ਮਟਕੇ ਦਾ ਠੰਡਾ ਪਾਣੀ ਪਿਲਾਇਆ। ਪਾਣੀ ਪੀ ਕੇ ਉਹ ਕੁਝ ਚਿਰ ਚੁੱਪਚਾਪ ਬੈਠਾ ਰਿਹਾ। ਥੋੜੀ ਦੇਰ ਬਾਅਦ ਬੋਲਿਆ, ਯਾਰ ਇੱਕ ਕੰਮ ਕਰੀਏ। ਦੱਸ। ਮੈਂ ਸੋਚਿਆ ਨਹਿਰ ਉੱਤੇ ਜਾਂ ਟਿਊਬਵੈਲ ਤੇ ਜਾ ਕੇ ਨਹਾਉਣ ਲਈ ਆਖੇਗਾ, ਜਾਂ ਧਰਮਸ਼ਾਲਾ ਵਿੱਚ ਜਾ ਕੇ ਖੁੱਡਾ ਚੋਂ ਚਿੜੀਆਂ ਫੜਨ ਲਈ ਆਖੇਗਾ। ਹੋਰ ਇਸਨੇ ਕੀ ਹੱਲ ਵਾਹੁਣਾ ਹੈ ਮੈਨੂੰ ਨਾਲ ਲੈ ਕੇ। ਪਰ ਹੈ ਉਹ ਭਲਾਮਾਨਸ ਤਾਂ ਹੋਰ ਹੀ ਕੁਝ ਕਹਿ ਰਿਹਾ ਸੀ। ਉਹ ਬੋਲਿਆ, ਅੱਜ ਤਾਰੇ ਦੀ ਹੱਟੀ ਤੇ ਚੱਲੀਏ। ਤਾਰਾ ਤਾਂ ਅਜੇ ਸ਼ਹਿਰੋਂ ਆਇਆ ਨਹੀਂ ਹੋਣਾ, ਉਹਦਾ ਚਾਚਾ ਹੋਵੇਗਾ ਹੱਟੀ ਤੇ। ਫਿਰ ਪ੍ਰਸ਼ਨ ਚਿੰਨ੍ਹ ਪੁੱਠਾ ਕੌਮਾ। ਮੈਂ ਸਵਾਲੀਆ ਨਜ਼ਰਾਂ ਨਾਲ ਉਹਦੇ ਵੱਲ ਵੇਖਿਆ। ਫਿਰ ਕੀ, ਚੱਲ ਕੇ ਸੋਡੇ ਦੀਆਂ ਬੋਤਲਾਂ ਚੁਰਾ ਕੇ ਪੀਵਾਂਗੇ। ਬਿੰਦੀ ਗਿੰਨੇ ਨੂੰ ਕਿਹੜਾ ਦਿਖਦਾ ਹੈ। ਬੋਤਲਾਂ ਚੁੱਕ ਕੇ ਧਰਮਸ਼ਾਲਾ ਵਿੱਚ ਲੈ ਆਵਾਂਗੇ। ਉੱਥੇ ਤਖਤ ਪੋਸ਼ ਤੇ ਬਹਿ ਕੇ ਪੀਵਾਂਗੇ। ਤਾਰੇ ਦਾ ਚਾਚਾ ਗਿੰਨਾ ਸੱਚਮੁੱਚ ਹੀ ਅੰਨਾ ਸੀ। ਉਹ ਤਾਰੇ ਦੀ ਗੈਰ ਹਾਜ਼ਰੀ ਵਿੱਚ ਲੋਕਾਂ ਨੂੰ ਸੌਦਾ ਪੱਤਾ ਤਾਂ ਦੇ ਦਿੰਦਾ ਸੀ, ਪਰ ਪੈਸਿਆਂ ਦੀ ਪਛਾਣ ਟੋਹ ਕੇ ਕਰਦਾ ਹੁੰਦਾ ਸੀ। ਇਉਂ 1-2 ਘੰਟੇ ਕੰਮ ਚਲਾ ਲੈਂਦਾ ਸੀ। ਇਹਨੇ ਨੂੰ ਉਹਦਾ ਭਤੀਜਾ ਤਾਰਾ ਸ਼ਹਿਰੋਂ ਦੁਕਾਨ ਵਾਸਤੇ ਸੌਦੇ ਪੱਤੇ ਲੈ ਕੇ ਆ ਜਾਂਦਾ ਸੀ। ਫਿਰ ਉਹ ਦੁਕਾਨ ਸਾਂਭ ਲੈਂਦਾ ਸੀ। ਪਰ ਅੱਜ ਕੱਬੂ ਮੈਨੂੰ ਚੋਰੀ ਕਰਨ ਵਾਸਤੇ ਕਹਿ ਰਿਹਾ ਸੀ। ਮੈਂ ਚੋਰੀ ਕਰਾਂਗਾ? ਨਹੀਂ ਨਹੀਂ, ਇਹ ਕਦੇ ਵੀ ਨਹੀਂ ਹੋ ਸਕਦਾ। ਮੈਂ ਨਾਕ ਵਿੱਚ ਸਿਰ ਫੇਰ ਦਿੱਤਾ। ਉਹ ਫਿਰ ਬੋਲਿਆ, ਓਏ ਕੁਛ ਨਹੀਂ ਹੁੰਦਾ, ਚੱਲ ਉੱਠ। ਖਾਲੀ ਬੋਤਲਾਂ ਕੁਲਫੀਆਨ ਵਾਲੇ ਭਾਈ ਨੂੰ ਵੇਚ ਕੇ ਕੁਲਫੀਆਨ ਖਾਵਾਂਗੇ। ਡੱਕਾ ਨਹੀਂ ਵਿਗੜਦਾ, ਚੱਲ ਉੱਠ ਪੋ। ਤੇ ਉਹਨੇ ਮੈਨੂੰ ਬਾਹੋਂ ਫੜ ਕੇ ਉਠਾ ਲਿਆ। ਮੈਂ ਜੱਕੋ ਤੱਕੀ ਵਿੱਚ ਉਹਦੇ ਨਾਲ ਤੁਰ ਪਿਆ। ਕੁਝ ਪਲ ਪਹਿਲਾਂ ਮੈਨੂੰ ਜਿਸ ਕੰਮ ਦਾ ਚੇਤਾ ਵੀ ਨਹੀਂ ਸੀ। ਅਸੀਂ ਜ਼ਿੰਦਗੀ ਦਾ ਸਭ ਤੋਂ ਭੈੜਾ ਕੰਮ ਕਰਨ ਵਾਸਤੇ ਜਾ ਰਹੇ ਸਾਂ। ਅਸੀਂ ਹੱਟੀ ਜਾ ਪਹੁੰਚੇ। ਬਾਹਰ ਦਰਵਾਜ਼ੇ ਵਿੱਚ ਉਹਦਾ ਬੋਤਲਾਂ ਵਾਲਾ ਡਾਲਾ ਪਿਆ ਸੀ। ਸੰਤਰੀ ਰੰਗ ਦੀਆਂ 2 ਬੋਤਲਾਂ ਉਠਾ ਕੇ ਅਸੀਂ ਧਰਮਸ਼ਾਲਾ ਵੱਲ ਤੁਰ ਪਏ। ਰਸਤੇ ਵਿੱਚ ਟੁੰਡਾ ਰਣਜੀਤ ਸਾਨੂੰ ਵੇਖ ਕੇ ਹੱਸਿਆ। ਅਸੀਂ ਉਹਦੀ ਪਰਵਾਹ ਕੀਤੇ ਬਿਨਾਂ ਧਰਮਸ਼ਾਲਾ ਵਿੱਚ ਆ ਵੜੇ। ਉੱਥੇ ਕੋਈ ਨਹੀਂ ਸੀ। ਕੁਝ ਗੋਲੇ ਕਬੂਤਰ ਰੌਸ਼ਨਦਾਨਾਂ ਵਿੱਚ ਬੈਠੇ ਗੁਟਰ ਗੂੰਦ ਕਰ ਰਹੇ ਸਨ। ਅਸੀਂ ਖੜਿਆਂ ਹੀ ਦੰਦਾਂ ਨਾਲ ਬੋਤਲਾਂ ਦੇ ਢੱਕਣ ਪੁੱਟ ਕੇ ਖੋਲ ਦਿੱਤੇ। ਤੱਤੀਆਂ ਧੁੱਪ ਨਾਲ ਸੜੀਆਂ ਬਲੀਆਂ ਸੋਡੇ ਦੀਆਂ ਬੋਤਲਾਂ ਗਟ ਕਰਕੇ ਪੀ ਗਏ ਤੇ ਫਿਰ ਧਰਮਸ਼ਾਲਾ ਵਿੱਚੋਂ ਬਾਹਰ ਆ ਕੇ ਕੁਲਫੀਆਨ ਵਾਲੇ ਭਾਈ ਦੀ ਤਲਾਸ਼ ਕਰਨ ਲੱਗੇ। ਇੱਕ ਕੁਲਫੀਆਨ ਵਾਲਾ ਸਾਈਕਲ ਤੇ ਲੱਕੜ ਦੀ ਪੇਟੀ ਲੱਦੀ ਆ ਧਮਕਿਆ। ਅਸੀਂ ਖਾਲੀ ਬੋਤਲਾਂ ਵੱਟੇ 2 ਕੁਲਫੀਆਨ ਖਾਦੀਆਂ ਤੇ ਮੂੰਹ ਠੰਡੇ ਕਰਕੇ ਘਰਾਂ ਨੂੰ ਵਾਪਸ ਆ ਗਏ। ਦੂਜੇ ਦਿਨ ਦੁਪਹਿਰੇ ਮਲ ਕੇ ਟਿਊਬਵੈਲ ਤੋਂ ਨਹਾ ਕੇ ਅਸੀਂ ਦੋਵੇਂ ਵਾਪਸ ਆ ਰਹੇ ਸਾਂ। ਰਸਤੇ ਵਿੱਚ ਚਾਚੀ ਸ਼ਿਮਲੋ ਖੇਤ ਪੱਤਾ ਲੈ ਕੇ ਜਾਂਦੀ ਮਿਲੀ। ਬੋਲੀ, ਬਿਜੂ ਕੱਲ ਕੀ ਕਾਰਾ ਕੀਤਾ? ਤੁਹਾਡੇ ਪਿਓ ਤੁਹਾਨੂੰ ਲੱਭਦੇ ਫਿਰਦੇ ਆ। ਹੱਟੀ ਵਾਲਾ ਤਾਰਾ ਡਾਂਗ ਚੁੱਕੀ ਫਿਰਦਾ ਹੈ। ਬਿੰਦੀ ਮੌਰ ਸੇਕੂ ਅੱਜ ਤੁਹਾਡੇ ਸੁਣ ਕੇ ਮੇਰੀ ਤਾਂ ਅਕਲ ਖਾਨਿਓ ਗਈ। ਦਿਲ ਤੱਕ ਵੱਜਣਾ ਸ਼ੁਰੂ ਹੋ ਗਿਆ। ਲੱਤਾਂ ਤੁਰਨੋਂ ਜਵਾਬ ਦੇ ਰਹੀਆਂ ਸਨ। ਲੱਗਦਾ ਸੀ ਮੈਂ ਡਿੱਗ ਗਿਆ। ਮੈਂ ਨਰਵਸ ਹੋਇਆ ਕਿ ਕਰਦੀ ਛਾਵੇਂ ਟੋਲ ਲਾ ਕੇ ਬਹਿ ਗਿਆ। ਮੇਰੀ ਹਾਲਤ ਵੇਖ ਕੇ ਕੱਬੂ ਹੱਸਦਿਆਂ ਬੋਲਿਆ, ਬਸ ਨਿਕਲ ਗਈ ਮੋਕ। ਉਦੋਂ ਤਾਂ ਬੋਤਲਾਂ ਚੀਗੀਆਂ ਲਾ ਕੇ ਪੀਂਦਾ ਸੀ। ਕੁਝ ਨਹੀਂ ਹੁੰਦਾ, 2 ਪੈ ਜਾਣਗੀਆਂ ਤਾਂ ਕੀ ਲੂਲਾਂ ਲੱਥ ਜਾਣਗੀਆਂ। ਇਹੋ ਜਿਹੀਆਂ ਬਦਮਾਸ਼ੀਆਂ 'ਚ ਜੁੱਤੀ
ਪਤਾਣ ਤਾਂ ਹੁੰਦਾ ਹੀ ਹੈ, ਡਰਨ ਦੀ ਲੋੜ ਨਹੀਂ, ਇਹ ਤਾਂ ਸ਼ੁਰੂਆਤ ਹੈ। ਉਹ ਇਹ ਸਾਰਾ ਭੇਦ ਰਣਜੀਤ ਨੇ ਦੱਸਿਆ ਹੋਊ। ਚੱਲ ਕੋਈ ਨਹੀਂ, ਹੌਸਲਾ ਕਰ। ਕੱਬੂ ਨੇ ਮੈਨੂੰ ਬਾਹੋਂ ਫੜ ਕੇ ਉੱਠ ਲਿਆ। ਮੈਂ ਲੜਖੜਾਉਂਦੀ ਜਿਹੀ ਹਾਲਤ ਵਿੱਚ ਸੋਚ ਮਗਨ ਉਹਦੇ ਨਾਲ ਤੁਰ ਪਿਆ। ਮੇਰੀ ਸੋਚ ਪਛਤਾਵਾ ਕਰ ਰਹੀ ਸੀ। ਅੱਜ ਮੇਰੀ ਬੇਦਾਗ ਛਵੀ ਦਾਗ ਤੇ ਲੱਗੀ ਪਈ ਸੀ। ਮੇਰੀ ਘਰੇ ਅਤੇ ਆਂਢ ਗੁਆਂਢ ਵਿੱਚ ਬੇਇੱਜ਼ਤੀ ਹੋ ਜਾਣੀ ਸੀ। ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਸਾਂ। ਮੇਰੇ ਸਕੂਲ ਦੇ ਦੋਸਤ ਮਿੱਤਰ ਤੇ ਭੈਣ ਭਰਾ ਕੀ ਸੋਚਣਗੇ? ਕੱਲ ਤੱਕ ਇਹ ਗੱਲ ਅਧਿਆਪਕਾਂ ਤੱਕ ਵੀ ਅੱਪੜ ਜਾਵੇਗੀ। ਕੀ ਬਣੂ? ਪ੍ਰਸ਼ਨ ਚਿੰਨ। ਹਾਏ ਰੱਬਾ, ਇਹ ਮੈਂ ਕੀ ਕਰ ਬੈਠਾ? ਮੈਨੂੰ ਕੱਬੂ ਬਹੁਤ ਬੁਰਾ ਮੁੰਡਾ ਪ੍ਰਤੀਤ ਹੋਇਆ। ਵੇਹੂ ਵਰਗਾ ਜਾਪ ਰਿਹਾ ਸੀ। ਮੇਰਾ ਜੀ ਕੀਤਾ ਫੜ ਕੇ ਉਹਨੂੰ ਢਾ ਲਵਾਂ, ਪਰ ਮੈਂ ਉਮਰ ਤੇ ਸ਼ਕਤੀ ਵਿੱਚ ਉਸ ਤੋਂ ਛੋਟਾ ਸਾਂ। ਮੇਰੀ ਸਿਹਤ ਉਸ ਦੇ ਅੱਗੇ ਅੱਧੀ ਵੀ ਨਹੀਂ ਸੀ। ਉਹ ਖਾ ਖਾ ਕੇ ਬੇਫਿਕਰ ਸਾਨ ਵਾਂਗ ਫਿੱਟਿਆ ਪਿਆ ਸੀ। ਬਿੰਦੀ, ਉਹ ਇੱਕਦਮ ਪਹਿਲਵਾਨ ਜਾਪਦਾ ਸੀ। ਚਲੋ, ਜੇ ਮੈਂ ਉਸ ਨੂੰ ਕੁੱਟ ਵੀ ਲੈਂਦਾ ਤਾਂ ਕੀ ਹੋਣਾ ਸੀ? ਇਹ ਜੋ ਸਾਹਮਣੇ ਸੰਕਟ ਦੀ ਘੜੀ ਮੂੰਹ ਅੱਡੀ ਖੜੀ ਸੀ, ਟਲ ਤਾਂ ਨਹੀਂ ਸਕਦੀ ਸੀ। ਅਖੀਰ ਮੈਂ ਲੱਤਾਂ ਘਸੀਟਦਾ ਘਰੇ ਪਹੁੰਚ ਗਿਆ। ਘਰ ਤਾਰਾ ਹੱਟੀ ਵਾਲਾ ਤੇ ਮੇਰਾ ਬਾਪੂ ਦੋਨੋਂ ਦਲਾਨ ਵਿੱਚ ਬੈਠੇ ਸਾਨੂੰ ਉਡੀਕ ਰਹੇ ਸਨ। ਘਰੇ ਵੜਦਿਆਂ ਨਾ ਆਪ ਦੇਖਿਆ ਨਾ ਤਾਬ ਬਾਪੂ ਜੀ ਨੇ ਮੈਨੂੰ ਗੋਡਿਆਂ ਥੱਲੇ ਸੁੱਟ ਲਿਆ। ਦੇਹ ਤੇਰੇ ਦੀ ਤੇਹ ਤੇਰੇ ਦੀ ਹੋਣ ਲੱਗੀ। ਬਾਪੂ ਦੀ ਜੁੱਤੀ ਦਾ ਖੜਕਾ ਤੇ ਦਬਕਿਆਂ ਦੀ ਆਵਾਜ਼ ਗੁਆਂਢੀਆਂ ਦੇ ਘਰ ਤੱਕ ਸੁਣਾਈ ਦੇ ਰਹੀ ਸੀ। ਮੇਰੀਆਂ ਚੀਕਾਂ ਮੇਰੇ ਅੰਦਰ ਹੀ ਦਫਨ ਹੋ ਰਹੀਆਂ ਸਨ। ਚਾਚਾ ਜਾਨ ਦੇ ਗੁੱਸੇ ਨੂੰ ਛੱਡ ਦੇ, ਜਵਾਕ ਮਰਜੂ। ਤਾਰੇ ਨੂੰ ਮੇਰੇ ਤੇ ਤਰਸ ਆ ਗਿਆ। ਲੱਗਦਾ ਸੀ ਜਾਂ ਉਹਨੂੰ ਮੇਰੇ ਮਰਨ ਦੀ ਚਿੰਤਾ ਸੀ, ਰੱਬ ਜਾਣੇ। ਪਰ ਉਹਨੇ ਮੇਰੇ ਪਿਓ ਨੂੰ ਹੋਰ ਮਾਰਨ ਤੋਂ ਰੋਕ ਦਿੱਤਾ। ਮੈਂ ਉੱਠ ਕੇ ਖੜਾ ਹੋ ਗਿਆ। ਮੇਰੇ ਕੰਨਾਂ ਵਿੱਚੋਂ ਸੇਕ ਨਿਕਲ ਰਿਹਾ ਸੀ। ਅਜੀਬ ਕਿਸਮ ਦੀ ਸ਼ਾਂਤੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ। ਮੈਂ ਬੁੱਤ ਬਣਿਆ ਖੜਾ ਸਾਂ। ਤਾਰੇ ਨੇ ਮੈਨੂੰ ਬੁੱਕਲ ਵਿੱਚ ਲੈ ਲਿਆ, ਲਾਡ ਕੀਤਾ, ਮੇਰੇ ਵਾਲਾਂ ਵਿੱਚ ਹੱਥ ਫੇਰਿਆ, ਪਿਆਰ ਨਾਲ ਪੁੱਛਣ ਲੱਗਿਆ, ਸੱਚ ਦੱਸ ਦੇ ਸਭ ਕੁਝ ਬੀਬਿਆ, ਤੈਨੂੰ ਕੁਝ ਨਹੀਂ ਕਹਿੰਦੇ? ਮੈਂ ਮਨ ਹੀ ਮਨ ਸੋਚਿਆ, ਅਜੇ ਕੋਈ ਕਸਰ ਛੱਡੀ ਆ? ਇਸ ਤੋਂ ਵੱਧ ਹੁਣ ਹੋਰ ਕੀ ਕਹੋਗੇ? ਹੁਣ ਤਾਂ ਹੋਰ ਮੇਰੀ ਜਾਨ ਹੀ ਲੈ ਸਕਦੇ ਹੋ। ਜੁੱਤੀਆਂ ਤਾਂ ਮੇਰੇ ਰੱਜ ਕੇ ਮਾਰ ਹੀ ਲਈਆਂ ਹਨ, ਪਰ ਫਿਰ ਵੀ ਮੌਕੇ ਦੀ ਨਜ਼ਾਕਤ ਨੂੰ ਸਮਝਿਆ ਮੈਂ ਸਿਆਣਾ ਬਣ ਗਿਆ। ਸਾਰਾ ਸੱਚ ਉਹਨਾਂ ਮੂਰੇ ਢੇਰੀ ਕਰ ਦਿੱਤਾ। ਮੇਰਾ ਸਾਰਾ ਬਿਆਨ ਸੁਣ ਕੇ ਉਹਨਾਂ ਨੂੰ ਕੱਬੂ ਹੀ ਸਾਰੇ ਪੁਆੜੇ ਦੀ ਜੜ ਮਹਿਸੂਸ ਹੋਇਆ। ਤਾਰਾ ਉੱਠ ਕੇ ਕੱਬੂ ਦੇ ਘਰ ਵੱਲ ਨੂੰ ਤੁਰ ਪਿਆ। ਉਦੋਂ ਨੂੰ ਕੱਬੂ ਦਾ ਪਿਓ ਉਹਨੂੰ ਜੁੰਡੀਆਂ ਫੜੀ ਸਾਡੇ ਘਰ ਆ ਵੜਿਆ। ਡੰਡਾ ਉਹਦੇ ਹੱਥ ਵਿੱਚ ਸੀ। ਉਹ ਕੱਬੂ ਨੂੰ ਕੁੱਟਦਾ ਹੀ ਆ ਰਿਹਾ ਸੀ। ਤਾਰਾ ਰੁਕ ਗਿਆ। ਉਹਨੇ ਕੱਬੂ ਦੇ ਪਿਓ ਹੱਥੋਂ ਡੰਡਾ ਫੜਦਿਆਂ ਉਹਨੂੰ ਵੀ ਮਾਰਨ ਤੋਂ ਰੋਕ ਦਿੱਤਾ। ਕੱਬੂ ਦੀ ਜਾਨ ਖਲਾਸੀ ਹੋ ਗਈ ਸੀ। ਤਾਰਾ ਸਾਨੂੰ ਮਾਫ ਕਰਕੇ ਚਲਿਆ ਗਿਆ। ਸਾਡੇ ਉੱਤੇ ਸੰਕਟ ਦੀ ਘੜੀ ਆਈ ਸੀ, ਬੀਤ ਗਈ। ਕੱਬੂ ਚਲਿਆ ਗਿਆ, ਸਭ ਚਲੇ ਗਏ। ਮੈਂ ਖੜਾ ਪੈਰ ਦੇ ਅੰਗੂਠੇ ਨਾਲ ਧਰਤੀ ਖੁਰਚ ਰਿਹਾ ਸਾਂ। ਪਿਤਾ ਜੀ ਮੇਰਾ ਕੰਨ ਖਿੱਚਦਿਆਂ ਬੋਲੇ, ਦੱਸ ਅੱਗੇ ਤੋਂ ਕਰੇਂਗਾ ਚੋਰੀ, ਕਰੇਂਗਾ ਦੋਸਤੀ ਨਲਾਇਕ ਮੁੰਡਿਆਂ ਨਾਲ? ਮੈਂ ਨਹੀਂ ਪਿਤਾ ਜੀ ਕਹਿ ਕੇ ਹਮੇਸ਼ਾ ਵਾਸਤੇ ਕੱਬੂ ਅਤੇ ਕੱਬੂ ਵਰਗੇ ਅਨੇਕਾਂ ਦੋਸਤਾਂ ਤੋਂ ਦੂਰ ਰਹਿਣ ਦਾ ਫੈਸਲਾ ਕਰ ਲਿਆ। ਅਗਲੇ ਦਿਨ ਕੁਲਫੀਆਂ ਵਾਲਾ ਭਾਈ ਮੈਨੂੰ ਗਲੀ ਦੇ ਮੋੜ ਤੇ ਟੱਕਰਿਆ। ਬੋਲਿਆ, ਕੱਲ ਜਿਹੜੀਆਂ ਕੁਲਫੀਆਂ ਖਾਧੀਆਂ ਉਹਨਾਂ ਦੇ ਪੈਸੇ? ਮੈਂ ਕਿਹਾ, ਤੈਨੂੰ ਵੱਟੇ ਵਿੱਚ ਖਾਲੀ ਬੋਤਲਾਂ ਨਹੀਂ ਦਿੱਤੀਆਂ? ਉਹ ਅੱਗੋਂ ਬੋਲਿਆ, ਓਏ ਬੋਤਲਾਂ ਤਾਂ ਹੱਟੀ ਵਾਲਾ ਲੈ ਗਿਆ ਸੀ, ਕਹਿੰਦਾ ਸੀ ਬੋਤਲਾਂ ਦੇ, ਨਹੀਂ ਤਾਂ ਤੈਨੂੰ ਚੋਰੀ ਦੇ ਕੇਸ ਵਿੱਚ ਥਾਣੇ ਫੜਾ ਦੇਵਾਂਗਾ। ਮੇਰੇ ਕੋਲ ਹੈ ਨਹੀਂ ਪੈਸੇ ਪੂਸੇ, ਕੱਬੂ ਤੋਂ ਲੈ ਲਵੀ ਕਹੇ ਕਿ ਮੈਂ ਖਿਸਕ ਆਇਆ। ਭਾਈ ਪਤਾ ਨਹੀਂ ਕਿਹੜੀ ਗਲੀ ਦਾ ਮੋੜ ਮੁੜ ਕੇ ਕਿੱਧਰ ਚਲਿਆ ਗਿਆ। ਬਿੰਦੀ, ਮੈਂ ਮੁੜ ਉਹਨੂੰ ਕਦੇ ਪਿੰਡ ਵਿੱਚ ਪਾਉਂਦਾ ਨਹੀਂ ਵੇਖਿਆ।